ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਭੈਣ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਵੀ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦਾ ਹੈ ਜਾਂ ਪਰੇਸ਼ਾਨੀ ਹੁੰਦੀ ਆ, ਉਦੋਂ ਸਾਨੂੰ ਕਿਹੜਾ ਪਾਠ ਕਰਨਾ ਚਾਹੀਦਾ ਹੈ, ਜਾਂ ਸਾਨੂੰ ਖੁਸ਼ੀ ਲੈਣ ਵਾਸਤੇ, ਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ, ਜਾਂ ਜ਼ਿੰਦਗੀ ਵਿੱਚ ਸੁੱਖ ਲੈਣ ਵਾਸਤੇ ਸਾਨੂੰ ਕਿਹੜਾ ਪਾਠ ਕਰਨਾ ਚਾਹੀਦਾ ਹੈ। ਅੱਜ ਮੈਂ ਆਪ ਜੀ ਦੇ ਨਾਲ ਇਸੇ ਹੀ ਟੌਪਿਕ ਤੇ, ਇਸੇ ਹੀ ਵਿਸ਼ੇ ਦੇ ਸੰਬੰਧ ਵਿੱਚ ਕੁਝ ਵਿਚਾਰ ਜਿਹੜੇ ਆ ਉਹ ਸਾਂਝੇ ਕਰਨ ਜਾ ਰਹੇ ਹਾਂ ਤੇ ਆਪ ਸਮੂਹ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪ ਵੀ ਦੇਖੋ ਤੇ ਹੋਰਨਾਂ ਨਾਲ ਵੀ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਜੀ। ਗੁਰੂ ਪਿਆਰਿਓ, ਇਸ ਗੱਲ ਨੂੰ ਸਭ ਤੋਂ ਪਹਿਲਾਂ ਤਾਂ ਯਾਦ ਰੱਖੋ, ਜੇਕਰ ਅਸੀਂ ਆਪਣੇ ਮਾਈਂਡ ਵਿੱਚ ਇਹ ਗੱਲ ਸੋਚਦੇ ਹਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁੱਖ ਹੀ ਬਣਿਆ ਰਵੇ, ਖੁਸ਼ੀ ਹੀ ਬਣੀ ਰਵੇ, ਸਾਡੀ ਜ਼ਿੰਦਗੀ 'ਚ ਕਦੀ ਦੁੱਖ ਨਾ ਆਵੇ, ਕਦੀ ਕੋਈ ਸਾਨੂੰ ਪਰੇਸ਼ਾਨੀ ਨਾ ਆਵੇ, ਕਦੀ ਕੋਈ ਝੋਰਾ ਨਾ ਆਵੇ, ਤੇ ਮੈਂ ਬੇਨਤੀ ਕਰਨਾ ਚਾਹਾਂਗਾ ਇੱਦਾਂ ਕਦੀ ਨਹੀਂ ਹੁੰਦਾ। ਕਿਉਂਕਿ ਜਿਹੜਾ ਜੀਵਨ ਆ ਨਾ, ਜੀਵਨ ਜੋ ਸਾਡੀ ਲਾਈਫ ਆ, ਸਾਡੀ ਲਾਈਫ, ਸਾਡਾ ਜੀਵਨ ਬਣਦਾ ਹੀ ਦੁੱਖਾਂ ਅਤੇ ਸੁੱਖਾਂ ਦੇ ਨਾਲ ਆ। ਇਹ ਗੱਲ ਕੇਵਲ ਮੈਂ ਨਹੀਂ ਕਹਿ ਰਿਹਾ, ਬਲਕਿ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਹੀ ਇਹ ਵਾਕ ਆ। ਮਹਾਰਾਜ ਕਹਿੰਦੇ ਆ ਵੀ ਦੁੱਖ ਸੁੱਖ ਇਹ ਜੀਓ ਬੱਧ ਹੈ। ਦੁੱਖਾਂ ਅਤੇ ਸੁੱਖਾਂ ਦੇ ਵਿੱਚ ਹੀ ਜਿਹੜੀ ਆ ਸਾਡੀ ਜਿੰਦ ਜਿਹੜੀ ਆ ਉਹ ਬੰਨੀ ਹੋਈ ਆ, ਜੀਵਨ ਬੰਨਿਆ ਹੋਇਆ। ਦੁੱਖ ਸੁੱਖ ਦੋਏ ਕਰ ਕੱਪੜੇ ਪਹਿਰੇ ਜਾਏ ਮਨੁੱਖ। ਦੁੱਖ ਅਤੇ ਸੁੱਖ ਦੇ ਜਿਹੜੇ ਦੋ ਕੱਪੜੇ ਆ ਉਹ ਮਨੁੱਖ ਆਪਣੇ ਜੀਵਨ ਦੇ ਵਿੱਚ ਪਹਿਨਦਾ ਹੈ। ਹੁਣ ਸਵਾਲ ਇਹ ਵੀ ਦੁੱਖ ਆਵੇ, ਪਰੇਸ਼ਾਨੀ ਆਵੇ, ਝੋਰਾ ਆਵੇ, ਕਿਹੜਾ ਪਾਠ ਕੀਤਾ ਜਾਵੇ। ਤੇ ਮੈਂ ਤਾਂ ਤੁਹਾਨੂੰ ਇਹੀ ਸੁਜੈਸਟ ਕਰਨਾ ਚਾਹਾਂਗਾ ਵੀ ਦੇਖੋ ਭਲਿਓ, ਜੇ ਤੁਹਾਡੀ ਜ਼ਿੰਦਗੀ 'ਚ ਦੁੱਖ ਆਇਆ, ਕੋਈ ਪਰੇਸ਼ਾਨੀ, ਕੋਈ ਝੋਰਾ ਹੈ, ਗੁਰੂ ਸਾਹਿਬ ਦੀ ਸਾਰੀ ਬਾਣੀ ਜਿਹੜੀ ਆ ਉਹ ਇੱਕ ਸਮਾਨਾਂਤਰ ਹੈ। ਸਭ ਤੋਂ ਪਹਿਲਾਂ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਨੇਮ ਬਣਾਓ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਨਿਤਨੇਮ ਲੈ ਕੇ ਆਓ। ਨਿਤਨੇਮ ਜਿਹੜੀਆਂ ਬਾਣੀਆਂ ਦਾ ਪਾਠ ਆ, ਜੋ ਸਾਨੂੰ ਸਿੱਖ ਰਹਿਤ ਮਰਿਆਦਾ ਵਿੱਚ ਵੀ ਦੱਸਿਆ ਗਿਆ ਹੈ, ਜੋ ਸਿੱਖ ਦੇ ਜੀਵਨ ਦਾ ਨਿਤ ਦਾ ਨੇਮ ਆ, ਜਿਹੜੀਆਂ ਬਾਣੀਆਂ ਦਾ ਪਾਠ, ਸਭ ਤੋਂ ਪਹਿਲਾਂ ਜੇਕਰ ਤੁਸੀਂ ਨਿਤਨੇਮ ਨਹੀਂ ਕਰਦੇ ਤਾਂ ਸਭ ਤੋਂ ਪਹਿਲਾਂ ਆਪਣੇ ਜੀਵਨ 'ਚ ਨਿਤ ਦਾ ਨੇਮ ਲੈ ਕੇ ਆਓ। ਬਾਕੀ ਗੁਰੂ ਸਾਹਿਬ ਦੀ ਸਾਰੀ ਬਾਣੀ ਇਕੁਅਲ ਆ, ਇੱਕ ਸਮਾਨਾਂਤਰ ਆ। ਚਾਹੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ, ਚਾਹੇ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰੋ, ਚਾਹੇ ਗੁਰਬਾਣੀ ਦਾ ਸਾਰਾ ਸਹਿਜ ਪਾਠ ਕਰੋ। ਇਹ ਗੱਲ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਪਰਟੀਕੂਲਰ ਇੱਕ ਸ਼ਬਦ ਲੈ ਕੇ ਤੇ ਉਸ ਸ਼ਬਦ ਦਾ ਹੀ ਜਾਪ ਕਰਨਾ ਹੈ। ਨਹੀਂ, ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ 'ਚ ਨਿਤਨੇਮ ਲੈ ਕੇ ਆਓ ਜੀ, ਨਿਤਨੇ ਬਾਣੀਆਂ ਦਾ ਪਾਠ ਕਰੋ। ਹਾਂ, ਜੇਕਰ ਤੁਹਾਨੂੰ ਦੁੱਖ ਤੁਹਾਡੀ ਜ਼ਿੰਦਗੀ 'ਚ ਆਇਆ ਹੋਇਆ, ਪਰੇਸ਼ਾਨੀ ਜਾਂ ਝੋਰਾ ਵਾ, ਤੇ ਮੈਂ ਬੇਨਤੀ ਕਰਦਾ ਉਹਨਾਂ ਵੀ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਨਾ ਕਰਦੇ, ਸੁਖਮਨੀ ਸਾਹਿਬ ਦਾ ਵੀ ਪਾਠ ਜ਼ਰੂਰ ਕਰਿਆ ਕਰੋ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਦੇਖੋ, ਦੁੱਖ ਵੇਲੇ ਅਰਦਾਸ ਦਾ ਲੜ ਫੜ ਲਓ। ਜਦੋਂ ਵੀ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਕੋਈ ਦੁੱਖ ਮਹਿਸੂਸ ਹੁੰਦਾ ਹੈ, ਕੋਈ ਪਰੇਸ਼ਾਨੀ ਮਹਿਸੂਸ ਹੁੰਦੀ ਆ, ਨਿਤਨੇ ਬਾਣੀਆਂ ਦਾ ਪਾਠ ਕਰਕੇ ਜਾਂ ਕੋਈ ਵੀ ਗੁਰੂ ਸਾਹਿਬ ਦੀ ਬਾਣੀ ਦਾ ਪਾਠ ਲੈ ਲਓ, ਉਹ ਪਾਠ ਕਰਕੇ ਫਿਰ ਅਰਦਾਸ ਕਰਨੀ ਆ। ਅਰਦਾਸ ਦਾ ਜਿਹੜਾ ਲਾੜ ਆ ਉਹ ਜ਼ਰੂਰ ਫੜ ਕੇ ਰੱਖਣਾ ਤੇ ਅਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਕਰਿਆ ਕਰੋ ਵੀ ਮਹਾਰਾਜ, ਜਿਹੜਾ ਦੁੱਖ ਸਾਡੀ ਜ਼ਿੰਦਗੀ 'ਚ ਆਇਆ ਹੈ ਨਾ, ਇਸ ਦੁੱਖ ਨੂੰ ਸਹਿਣ ਦੀ, ਇਸ ਦੁੱਖ ਦਾ ਟਾਕਰਾ ਕਰਨ ਦੀ, ਇਸ ਦੁੱਖ ਦਾ ਸਾਹਮਣਾ ਕਰਨ ਦੀ ਸਾਨੂੰ ਤਾਕਤ ਦੇ, ਸਾਨੂੰ ਸ਼ਕਤੀ ਦੇ। ਇਹ ਅਰਦਾਸ ਕਰਨੀ ਆ। ਅਰਦਾਸ ਕੀ ਕਰਨੀ ਆ? ਅਰਦਾਸ ਇਹ ਨਹੀਂ ਕਰਨੀ ਵੀ ਮਹਾਰਾਜ ਸਾਡੀ ਜ਼ਿੰਦਗੀ 'ਚ ਦੁੱਖ ਚਲਿਆ ਜਾਏ। ਦੇਖੋ, ਜਦੋਂ ਸਾਡੇ ਅੰਦਰ ਦੁੱਖ ਨੂੰ ਸਹਿਣ ਦੀ ਤਾਕਤ ਆ ਗਈ, ਦੁੱਖ ਨੂੰ ਸਹਾਰਨ ਦਾ ਸਾਡੇ ਅੰਦਰ ਦੁੱਖ ਨੂੰ ਸਹਾਰਨ ਦੀ ਪਾਵਰ ਆ ਗਈ, ਦੁੱਖ ਦਾ ਟਾਕਰਾ ਕਰਨ ਦੀ, ਦੁੱਖ ਦਾ ਸਾਹਮਣਾ ਕਰਨ ਦੀ ਜਦੋਂ ਸਾਡੇ ਅੰਦਰ ਤਾਕਤ ਆ ਗਈ ਨਾ, ਇਹ ਜਿਹੜਾ ਦੁੱਖ ਆ ਇਹ ਆਪਣੇ ਆਪ ਅਸੀਂ ਮਹਿਸੂਸ ਕਰਾਂਗੇ ਵੀ ਜਿਵੇਂ ਚਲਾ ਗਿਆ, ਦੁੱਖ ਰਿਹਾ ਹੀ ਨਹੀਂ। ਤੇ ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਖੁਸ਼ੀ, ਜਾਂ ਸਾਡੇ ਜੀਵਨ ਵਿੱਚ ਸੁੱਖ ਵੀ ਇਸੇ ਹੀ ਗੱਲ ਕਰਕੇ ਹੁੰਦਾ ਹੈ
ਜਦੋਂ ਅਸੀਂ ਵਾਹਿਗੁਰੂ ਦੇ, ਪਰਮਾਤਮਾ ਦੇ, ਪਰਮੇਸ਼ਵਰ ਦੇ ਹੁਕਮ ਦੇ ਵਿੱਚ ਰਾਜੀ ਰਹਿੰਦੇ ਹਾਂ, ਜਦੋਂ ਅਸੀਂ ਦੁੱਖ ਅਤੇ ਸੁੱਖ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ, ਸ਼ੁਕਰਾਨੇ ਵਿੱਚ ਸੁੱਖ ਆ। ਅਰਦਾਸ ਇਸ ਗੱਲ ਦੀ ਵੀ ਮਾਲਕਾ ਸਾਡੇ ਤੇ ਕਿਰਪਾ ਕਰ, ਦੁੱਖ ਦਾ ਟਾਕਰਾ ਕਰਨ ਦੀ, ਦੁੱਖ ਨੂੰ ਸਹਿਣ ਦੀ ਤਾਕਤ ਬਖਸ਼ ਸਾਨੂੰ। ਪਰੇਸ਼ਾਨੀ ਆਈ ਆ, ਝੋਰਾ ਆਇਆ ਹੈ, ਦੇਖੋ ਕੋਈ ਵੀ ਐਸਾ ਬੰਦਾ ਨਹੀਂ ਤੁਹਾਨੂੰ ਲੱਭੇਗਾ ਜਿਹਦੀ ਜ਼ਿੰਦਗੀ 'ਚ ਕਦੀ ਕੋਈ ਦੁੱਖ ਨਾ ਆਇਆ ਹੋਵੇ, ਕਦੀ ਪਰੇਸ਼ਾਨੀ ਨਾ ਆਈ ਹੋਵੇ, ਕਦੀ ਝੋਰਾ ਨਾ ਆਇਆ ਹੋਵੇ। ਗੁਰੂ ਸਾਹਿਬ ਤੇ ਪਾਵਨ ਬਾਣੀ ਵਿੱਚੋਂ ਵੀ ਸਾਨੂੰ ਇਹ ਸਿੱਧ ਦਿੰਦੇ ਆ। ਤੇ ਖੁਦ ਤੁਸੀਂ ਇਤਿਹਾਸ ਨੂੰ ਪੜ੍ਹ ਕੇ ਦੇਖ ਲਓ, ਖੁਦ ਗੁਰੂ ਸਾਹਿਬਾਨਾਂ ਦੇ ਪ੍ਰੈਕਟੀਕਲ ਜੀਵਨ ਦੇ ਵਿੱਚ ਤੁਸੀਂ ਦੇਖ ਲਓ। ਕਦੀ ਸਾਡੇ ਸਤਿਗੁਰਾਂ ਦੀ ਲਾਈਫ ਵਿੱਚ, ਉਹਨਾਂ ਦੇ ਜੀਵਨ ਵਿੱਚ ਵੀ ਬਹੁਤ ਪਰੇਸ਼ਾਨੀਆਂ ਰਹੀਆਂ ਨੇ, ਉਹਨਾਂ ਦੀ ਜ਼ਿੰਦਗੀ 'ਚ ਵੀ ਬੜੇ ਦੁੱਖ ਆਏ ਆ, ਪਰ ਹਰ ਇੱਕ ਮੋੜ ਤੇ ਸਾਡੇ ਗੁਰੂ ਸਾਹਿਬ ਜਿਹੜੇ ਆ ਉਹ ਹਮੇਸ਼ਾ ਦੁੱਖ ਦਾ ਟਾਕਰਾ ਕੀਤਾ। ਉਹਨਾਂ ਨੇ ਦੁੱਖ ਦਾ ਉਹਨਾਂ ਨੇ ਸਾਹਮਣਾ ਕੀਤਾ। ਦੁੱਖ ਨੂੰ ਬੜੀ ਸ਼ਕਤੀ ਦੇ ਨਾਲ, ਦੁੱਖ ਨੂੰ ਜਿਹੜਾ ਉਹਨਾਂ ਨੇ ਆਪਣੇ ਸੀਨੇ ਦੇ ਉੱਪਰ, ਆਪਣੇ ਸਰੀਰ ਉੱਤੇ ਹੰਢਾਇਆ ਵਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਰਾ ਜੀਵਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਾਰਾ ਜੀਵਨ ਪੜ੍ਹ ਕੇ ਦੇਖੋ, ਗੁਰੂ ਅਰਜਨ ਪਾਤਸ਼ਾਹ ਜੀ ਦਾ ਤੱਤੀ ਤਵੀ ਤੇ ਬੈਠਣਾ, ਉਹ ਪੜ੍ਹ ਕੇ ਦੇਖ ਲਓ। ਕਿੱਡੇ ਕਿੱਡੇ ਵੱਡੇ ਉਹਨਾਂ ਦੇ ਜੀਵਨ 'ਚ ਦੁੱਖ ਆਏ, ਪਰੇਸ਼ਾਨੀਆਂ ਆਈਆਂ, ਪਰ ਉਹ ਹਮੇਸ਼ਾ ਡਟ ਕੇ ਦੁੱਖਾਂ ਦੇ ਅੱਗੇ ਖੜੇ ਰਹੇ। ਤੇ ਉਹੀ ਸੇਧ ਸਾਨੂੰ ਗੁਰੂ ਸਾਹਿਬ ਨੇ ਜਿਹੜੀ ਆ ਉਹ ਬਾਣੀ ਦੇ ਵਿੱਚ ਵੀ ਦਿੱਤੀ ਆ, ਵੀ ਅਗਾਹ ਕੁ ਤਰਾਂਗ, ਵੀ ਅੱਗੇ ਵਧਣਾ, ਦੁੱਖ ਦੇ ਵਿੱਚ ਅਸੀਂ ਝੂਰਨਾ ਨਹੀਂ। ਕਿਉਂਕਿ ਅਕਸਰ ਦੇਖੋ ਦੁੱਖ ਜਿਹੜਾ ਹੈ ਨਾ ਜੀ, ਦੁੱਖ ਸਾਨੂੰ ਡਲਾਉਂਦਾ ਹੈ, ਸਾਡੀ ਜਿਹੜੀ ਜੀਵਨ ਦੀ ਹਾਲਤ ਆ ਉਹ ਡਾਵਾਂਡੋਲ ਕਰਦਾ ਹੈ। ਦੁੱਖ ਸਾਡੇ ਅੰਦਰ ਦੀ ਐਨਰਜੀ ਨੂੰ, ਅੰਦਰ ਦੀ ਪਾਵਰ ਨੂੰ, ਅੰਦਰ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਵਾ, ਸਾਨੂੰ ਅੰਦਰੋਂ ਕਮਜ਼ੋਰ ਕਰ ਦਿੰਦਾ, ਸਾਡੀ ਤਾਕਤ ਖੋਂਦਾ ਵਾ ਦੁੱਖ। ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਵੀ ਕਰਨੀ ਆ, ਮਹਾਰਾਜ ਦੀ ਬਾਣੀ ਦਾ ਵੀ ਓਟ ਆਸਰਾ ਲੈਣਾ ਹੈ। ਬਾਣੀ ਵੀ ਇਸੇ ਕਰਕੇ ਅਸੀਂ ਪੜ੍ਹਨੀ ਆ, ਤਾਂ ਜੋ ਅੰਦਰ ਸਾਡੀ ਜਿਹੜੀ ਪਾਵਰ ਆ, ਜਿਹੜੀ ਸਾਡੀ ਸਹਿਨ ਸ਼ਕਤੀ ਆ, ਜਿਹੜੀ ਦੁੱਖਾਂ ਨਾਲ ਲੜਨ ਦੀ ਤਾਕਤ ਆ, ਉਹ ਬਣੀ ਰਵੇ। ਤੇ ਜਦੋਂ ਉਹ ਤਾਕਤ ਸਾਡੇ ਅੰਦਰ ਬਣੀ ਰਹੇਗੀ ਨਾ ਜੀ, ਫਿਰ ਦੁੱਖ ਨਹੀਂ ਲੱਗੇਗਾ, ਫਿਰ ਉਹ ਦੁੱਖ ਵੀ ਸੌਖੀ ਲੱਗੇਗਾ। ਤਾਂ ਹੀ ਤਾਂ ਮਹਾਰਾਜ ਕਹਿੰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਦੁੱਖ ਆਇਆ, ਉਹਨੂੰ ਦੁੱਖ ਉਹ ਮੰਨ ਨਹੀਂ ਰਿਹਾ, ਦੁੱਖ ਨੂੰ ਉਹ ਮਹਿਸੂਸ ਨਹੀਂ ਕਰ ਰਿਹਾ, ਉਹ ਆਪਣੇ ਜੀਵਨ ਵਿੱਚ ਦੁੱਖ ਨੂੰ ਸਹਿਨ ਕਰ ਰਿਹਾ ਹੈ। ਤੋ ਦੁੱਖ ਵੇਲੇ ਪਾਠ ਕੀ ਕਰਨਾ ਹੈ? ਪਾਠ ਤੇ ਉਹੀ ਆ ਸਾਧ ਸੰਗਤ, ਸਾਰੀ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਸਮਾਨ ਅੰਤਰ ਆ। ਮੈਂ ਕਹਿੰਦਾ ਤੁਸੀਂ ਇੱਕ ਜਪਜੀ ਸਾਹਿਬ ਦਾ ਵੀ ਪਾਠ ਕਰ ਲਓ ਨਾ, ਇੱਕ ਜਪਜੀ ਸਾਹਿਬ ਦਾ ਵੀ ਪਾਠ ਕਰ ਲਓ। ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਬੜੀ ਤਾਕਤ ਆ, ਉਹਨੇ ਸਾਨੂੰ ਅੰਦਰੋਂ ਸਟਰੋਂਗ ਕਰਨਾ ਵਾ, ਸਾਨੂੰ ਅੰਦਰੋਂ ਐਨਰਜੀ ਦੇਣੀ ਆ, ਅੰਦਰ ਸਾਡੇ ਅੰਦਰ ਇੱਕ ਤਾਕਤ ਪੈਦਾ ਹੋਣੀ ਆ। ਜਪਜੀ ਸਾਹਿਬ ਦਾ ਲੜ ਫੜ ਲਓ, ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰ ਲਓ। ਸੁੱਖ ਵੀ ਸਾਡੀ ਜੀਵਨ ਵਿੱਚ ਤਾਂ ਹੀ ਬਣਨੇ ਆ, ਖੁਸ਼ੀਆਂ ਹੁੰਦੀਆਂ ਵਾ, ਮਾਲਕ ਦਾ ਦੋਵੇਂ ਹੱਥ ਜੋੜ ਕੇ ਸ਼ੁਕਰਾਨਾ ਕਰਿਆ ਕਰੋ ਵੀ ਮਹਾਰਾਜ ਤੁਸੀਂ ਖੁਸ਼ੀ ਬਖਸ਼ੀ ਆ, ਸ਼ੁਕਰ ਆ ਤੁਹਾਡਾ, ਧੰਨਵਾਦ ਹੈ। ਬਸ ਅਰਦਾਸ ਇਹੀ ਆ ਵੀ ਜਿਹੜੀ ਖੁਸ਼ੀ ਆ, ਸੁੱਖ ਆ, ਇਹਦੇ ਵਿੱਚ ਅਸੀਂ ਤੈਨੂੰ ਭੁੱਲੀਏ ਨਾ। ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ, ਉਹ ਅਸੀਂ ਤੈਨੂੰ ਭੁੱਲੀਏ ਨਾ, ਤੈਨੂੰ ਵਿਸਾਰੀਏ ਨਾ। ਬਸ ਸਾਡੇ ਉੱਤੇ ਇੰਨੀ ਕਿਰਪਾ ਕਰ ਵੀ ਸਾਨੂੰ ਭਾਣੇ ਵਿੱਚ ਰਾਜੀ ਰਹਿਣ ਦੀ ਹਿੰਮਤ ਦੇ। ਅਸੀਂ ਤੇਰੀ ਰਜਾ ਵਿੱਚ, ਸੁੱਖ ਵਿੱਚ ਵੀ ਰੱਬ ਦੀ ਰਜਾ 'ਚ ਰਾਜੀ ਰਹਿਣਾ, ਤੇ ਜਿਹੜਾ ਦੁੱਖ ਆ, ਦੁੱਖ ਵਿੱਚ ਵੀ ਰੱਬ ਦੀ ਰਜਾ 'ਚ ਰਾਜੀ ਰਹਿਣਾ। ਜਿਹੜਾ ਭਾਣਾ ਸ਼ਬਦ ਆ ਨਾ, ਭਾਣਾ ਜਿਹੜਾ ਸ਼ਬਦ ਹੈ, ਇਹ ਭਾਣਾ ਸ਼ਬਦ ਦਾ ਮੀਨਿੰਗ ਹੀ ਇਹ ਆ ਵੀ ਜੇ ਸੁੱਖ ਆਇਆ, ਖੁਸ਼ੀ ਆਈ ਆ, ਉਹਨੂੰ, ਉਸ ਖੁਸ਼ੀ, ਉਸ ਸੁੱਖ ਦੇ ਵਿੱਚ ਅਸੀਂ ਰੱਬ ਨੂੰ ਵਿਸਾਰਨਾ ਨਹੀਂ ਆ, ਉਹਨੂੰ ਰੱਬ ਜੀ ਦਾ ਜਿਹੜਾ ਨਾਮ ਆ ਉਹਨੂੰ ਮਿੱਠਾ ਕਰਕੇ ਮੰਨਣਾ ਵਾ, ਸੁੱਖ ਵੇਲੇ ਵੀ ਤੇ ਦੁੱਖ ਵੇਲੇ ਵੀ। ਫਿਰ ਸਾਧ ਸੰਗਤ ਤੁਸੀਂ ਆਪ ਜਦੋਂ 2 3 4 ਮਹੀਨੇ ਜਦੋਂ ਇਸ ਢੰਗ ਦੇ ਨਾਲ ਸਾਡੇ ਜੀਵਨ ਵਿੱਚ ਲੰਘਣਗੇ ਨਾ ਜੀ, ਤੁਸੀਂ ਆਪਣੇ ਆਪ ਫੀਲ ਕਰੋਗੇ ਵੀ ਦੁੱਖ ਤਾਂ ਸੀ, ਪਰ ਦੁੱਖ ਨੂੰ ਜਦੋਂ ਅਸੀਂ ਜਦੋਂ ਦੁੱਖ ਦਾ ਸਾਹਮਣਾ ਕੀਤਾ, ਉਹਦਾ ਟਾਕਰਾ ਕੀਤਾ, ਉਹਨੂੰ ਅਸੀਂ ਸਹਾਰਿਆ, ਫਿਰ ਹੁਣ ਉਹ ਦੁੱਖ ਵੀ ਨਹੀਂ ਰਿਹਾ। ਸੋ ਪਾਠ ਤੁਸੀਂ ਇਹੀ ਕਰੋ, ਨਿਤਨੇਮ ਬਾਣੀਆਂ ਦਾ ਪਾਠ ਕਰੋ, ਸੁਖਮਨੀ ਸਾਹਿਬ ਦਾ ਪਾਠ ਕਰੋ। ਹਾਂ, ਜੇ ਤੁਹਾਡਾ ਮਨ ਡੋਲਦਾ ਤੇ ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ, ਮੂਲ ਮੰਤਰ ਦਾ ਪਾਠ ਕਰਿਆ ਕਰੋ। ਮੂਲ ਮੰਤਰ ਦਾ ਜਾਪ ਕਰ ਲਿਆ, ਮੂਲ ਮੰਤਰ ਦਾ ਪਾਠ ਦਾ ਜਾਪ, ਤੇ ਵਾਹਿਗੁਰੂ ਸ਼ਬਦ ਦਾ ਜਾਪ ਕਰ ਲਿਆ। ਪਰ
ਅਰਦਾਸ ਜ਼ਰੂਰ ਕਰਨੀ ਆ। ਤੋ ਸਾਧ ਸੰਗਤ, ਮੈਂ ਉਮੀਦ ਕਰਦਾ ਅੱਜ ਦੇ ਇਸ ਦਿੱਤੇ ਪ੍ਰੋਗਰਾਮ ਦੇ ਵਿੱਚ ਦਿੱਤੀ ਜਾਣਕਾਰੀ, ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ। ਜੇ ਅੱਜ ਦਾ ਇਹ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇ, ਹੋਰਨਾਂ ਸੰਗਤਾਂ ਨਾਲ ਵੀ ਇਹਨੂੰ ਜ਼ਰੂਰ ਸ਼ੇਅਰ ਕਰਿਓ। ਸਾਰਿਆਂ ਦਾ ਧੰਨਵਾਦ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।